हेलो स्टूडेंट्स, वेलकम टू केमिस्ट्री रियल। आज बेटे ਜਿਹੜਾ ਆਪਾਂ ਟੌਪਿਕ ਕਰਨਾ ਹੈ ਉਹ ਹੈ +1 ਦਾ ਸਟੇਟਸ ਆਫ ਮੈਟਰ ਦੇ ਵਿੱਚੋਂ ਗੈਸੀਅਸ ਸਟੇਟ ਆਫ ਮੈਟਰ। ਸੋ ਗੈਸੀਅਸ ਸਟੇਟ ਕਿਹੜੀ ਹੁੰਦੀ ਹੈ? ਗੈਸੀਅਸ ਸਟੇਟ ਉਹ ਹੁੰਦੀ ਹੈ ਬੇਟਾ ਜਿੰਦੇ ਵਿੱਚ ਪਾਰਟੀਕਲਸ ਦੇ ਵਿਚਕਾਰ ਇੰਟਰਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨ ਮਿਨੀਮਮ ਹੁੰਦੀ ਹੈ, ਸਭ ਤੋਂ ਘੱਟ ਹੁੰਦੀ ਹੈ। ਤਾਂ ਪਾਰਟੀਕਲਸ ਜਿਹੜੇ ਹੈ ਉਹ ਇੱਕ ਦੂਸਰੇ ਤੋਂ ਮੈਕਸਿਮਮ ਦੂਰ ਹੁੰਦੇ ਹੈ, ਕਿਸੇ ਤਰ੍ਹਾਂ ਦੀ ਉਹਨਾਂ ਦੇ ਵਿੱਚ ਫੋਰਸ ਆਫ ਅਟਰੈਕਸ਼ਨ ਨਹੀਂ ਹੁੰਦੀ। ਠੀਕ ਹੈ, ਮਤਲਬ ਫੋਰਸ ਆਫ ਅਟਰੈਕਸ਼ਨ ਬਹੁਤ ਹੀ ਘੱਟ ਹੁੰਦੀ ਹੈ, ਇੰਨੀ ਕੁ ਘੱਟ ਹੁੰਦੀ ਹੈ ਕਿ ਪਾਰਟੀਕਲ ਇੱਕ ਦੂਜੇ ਤੋਂ ਦੂਰ ਦੂਰ ਰਹਿੰਦੇ ਹੈ। ਇਸ ਸਟੇਟ ਆਫ ਮੈਟਰ ਨੂੰ ਆਪਾਂ ਗੈਸੀਅਸ ਸਟੇਟ ਨਾਲ ਜਾਣਦੇ ਹਾਂ। ਆਮ ਤੌਰ ਤੇ ਗੈਸਸ ਦੀਆਂ ਕਿਹੜੀਆਂ-ਕਿਹੜੀਆਂ ਪ੍ਰੋਪਰਟੀਜ਼ ਹੁੰਦੀਆਂ? ਗੈਸਸ ਦੀ ਕੋਈ ਡੈਫੀਨਿਟ ਸ਼ੇਪ ਨਹੀਂ ਹੁੰਦੀ, ਕੋਈ ਡੈਫੀਨਿਟ ਵੋਲਿਊਮ ਨਹੀਂ ਹੁੰਦਾ, ਇਹਨਾਂ ਦੀਆਂ ਡੈਂਸਿਟੀਜ਼ ਬਹੁਤ ਘੱਟ ਹੁੰਦੀਆਂ ਕਿਉਂਕਿ ਇਹਨਾਂ ਦੇ ਵਿਚਕਾਰ ਇੰਟਰਮੋਲੀਕੂਲਰ ਫੋਰਸਿਸ ਬਹੁਤ ਘੱਟ ਹੈ। ਇਹ ਸਾਰੀਆਂ ਦਿਸ਼ਾਵਾਂ 'ਚ ਪ੍ਰੈਸ਼ਰ ਐਗਜ਼ਰਟ ਕਰਦੀਆਂ ਤੇ ਇਹਨਾਂ ਦੀ ਕੰਪਰੈਸਿਬਿਲਿਟੀ ਬਹੁਤ ਹਾਈ ਹੁੰਦੀ ਹੈ। ਮਤਲਬ ਇਹਨਾਂ ਨੂੰ ਜੇ ਆਪਾਂ ਪ੍ਰੈਸ਼ਰਾਈਜ਼ ਕਰਦੇ ਹਾਂ, ਕੰਪਰੈਸ ਕਰਦੇ ਹਾਂ, ਤਾਂ ਇਹਨਾਂ ਦਾ ਵੋਲਿਊਮ ਘਟ ਜਾਂਦਾ ਹੈ। Particles of gases have low van der Waals forces and high thermal energy। मतलब कि ਇਹਨਾਂ ਦੇ ਵਿਚਕਾਰ ਇੰਟਰਮੋਲੀਕੂਲਰ ਫੋਰਸਿਸ ਕਿਹੜੀਆਂ? ਵੈਨ ਡਰ ਵਾਲ ਫੋਰਸਿਸ ਉਹ ਘੱਟ ਹੁੰਦੀਆਂ ਤੇ ਇਹਨਾਂ ਦੀ ਥਰਮਲ એનર્ਜੀ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਇਹਨਾਂ ਦੇ ਪਾਰਟੀਕਲਸ ਲਗਾਤਾਰ ਮੋਸ਼ਨ 'ਚ ਰਹਿੰਦੇ ਆ। ਤੇ ਗੈਸਸ ਨੂੰ ਕਿਸੇ ਵੀ ਰੇਸ਼ੋ ਦੇ ਵਿੱਚ ਮਿਕਸ ਕੀਤਾ ਜਾ ਸਕਦਾ ਹੈ ਇਫ ਦੇ ਡੂ ਨਾਟ ਰਿਐਕਟ ਅੰਡਰ ਗਿਵਨ ਕੰਡੀਸ਼ਨਸ ਆਫ ਰਿਐਕਸ਼ਨ। ਨੈਕਸਟ ਆਂਦਾ ਹੈ ਕਿ ਗੈਸਸ ਦੇ ਆਪਾਂ ਕਿਹੜੇ-ਕਿਹੜੇ ਪੈਰਾਮੀਟਰਸ ਮਾਪ ਸਕਦੇ ਹਾਂ, ਮੈਜ਼ਰੇਬਲ ਪੈਰਾਮੀਟਰਸ ਆਫ ਗੈਸਸ। ਆਮ ਤੌਰ ਤੇ ਬੇਟੇ ਆਪਾਂ ਗੈਸ ਦਾ ਮਾਸ ਦੇਖ ਸਕਦੇ ਹਾਂ ਤੇ ਮਾਸ ਨੂੰ ਆਪਾਂ ਭਾਰ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਆਪਾਂ ਮੋਲਸ ਦੀ ਸ਼ਕਲ 'ਚ ਲੈਂਦੇ ਹਾਂ। ਠੀਕ ਹੈ, ਗੈਸ ਦੀ ਜਿਹੜੀ ਅਮਾਉਂਟ ਹੈ ਜਾਂ ਮਾਸ ਦੀ ਸ਼ਕਲ 'ਚ ਲਵਾਂਗੇ ਜਾਂ ਆਪਾਂ ਨੰਬਰ ਆਫ ਮੋਲਸ ਦੀ ਸ਼ਕਲ 'ਚ ਲਵਾਂਗੇ। ਗੈਸ ਦਾ ਵੋਲਿਊਮ ਅਸੀਂ ਮੈਜ਼ਰ ਕਰ ਸਕਦੇ ਹਾਂ, ਗੈਸ ਦਾ ਟੈਂਪਰੇਚਰ ਮੈਜ਼ਰ ਕੀਤਾ ਜਾ ਸਕਦਾ ਹੈ, ਗੈਸ ਦਾ ਪ੍ਰੈਸ਼ਰ ਮੈਜ਼ਰ ਕੀਤਾ ਜਾ ਸਕਦਾ ਹੈ। ਹੁਣ ਆਪਾਂ ਇਹਨਾਂ ਟਰਮਸ ਨੂੰ 1 ਬਾय 1 ਸਮਝਦੇ ਹਾਂ ਕਿ ਕਿਹੜੇ-ਕਿਹੜੇ ਯੂਨਿਟਸ ਅਕਸਰ ਆਪਾਂ ਇਹਨਾਂ ਦੇ ਕੰਸੀਡਰ ਕਰਦੇ ਹਾਂ। ਗੈਸ ਆਪਾਂ ਆਮ ਤੌਰ ਤੇ ਗ੍ਰਾਮਸ ਜਾਂ ਕਿਲੋਗ੍ਰਾਮਸ 'ਚ ਐਕਸਪ੍ਰੈਸ ਕਰ ਸਕਦੇ ਹਾਂ। ਬੇਟਾ ਜੇ ਆਪਾਂ ਕਿਸੇ ਫੁੱਟਬਾਲ ਦੇ ਵਿੱਚ ਖਾਲੀ ਫੁੱਟਬਾਲ ਬਲੈਡਰ ਲੈ ਲਿਆ, ਉਹਦਾ ਭਾਰ ਤੋਲ ਲਓ ਤੇ ਹੁਣ ਉਹਦੇ ਵਿੱਚ 에ਅਰ ਫਿਲ ਕਰ ਦੋ। ਠੀਕ ਹੈ, ਹੁਣ ਭਰੀ ਹੋਈ ਫੁੱਟਬਾਲ ਦਾ ਭਾਰ ਤੋਲ ਲਓ। ਜੇ ਆਪਾਂ ਕੰਟੇਨਰ ਕੰਟੇਨਿੰਗ ਗੈਸ, ਮਤਲਬ ਫੁੱਟਬਾਲ ਜਿੰਦੇ 'ਚ ਗੈਸ ਭਰੀ ਹੋਈ ਹੈ, ਕੋਈ ਵੀ ਅਜਿਹਾ ਕੰਟੇਨਰ ਜਿੰਦੇ 'ਚ ਗੈਸ ਭਰੀ ਹੋਈ ਹੈ, ਉਹਦੇ ਵਿੱਚੋਂ ਖਾਲੀ ਕੰਟੇਨਰ ਦਾ ਭਾਰ ਮਾਈਨਸ ਕਰ ਦਈਏ ਤਾਂ ਆਪਣੇ ਕੋਲੇ ਮਾਸ ਆਫ ਗੈਸ ਆ ਜਾਏਗਾ। ਇਹੀ ਮਾਸ ਆਫ ਗੈਸ ਜੇ ਅਸੀਂ ਚਾਹੀਏ ਤਾਂ ਨੰਬਰ ਆਫ ਮੋਲਸ ਦੀ ਟਰਮ 'ਚ ਵੀ ਦੱਸ ਸਕਦੇ ਹਾਂ। ਨੰਬਰ ਆਫ ਮੋਲਸ ਕਿੱਦਾਂ ਆਪਾਂ ਕਰਦੇ ਹੁੰਨੇ ਆ? ਯੈਸ, ਮਾਸ ਇਨ ਗ੍ਰਾਮਸ। ਜਿਹੜੀ ਵੀ ਗੈਸ ਹੈ 5 ਗ੍ਰਾਮ ਲਈ ਹੈ, 10 ਗ੍ਰਾਮ, ਜਿੰਨੇ ਵੀ ਗ੍ਰਾਮ ਅਸੀਂ ਉਹ ਮੈਜ਼ਰ ਕੀਤੀ ਹੈ, ਉਸ ਭਾਰ ਨੂੰ ਜੇ ਅਸੀਂ ਮੋਲਰ ਮਾਸ ਦੇ ਨਾਲ ਡਿਵਾਈਡ ਕਰ ਦਈਏ, ਮਤਲਬ GMM ਦੇ ਨਾਲ ਡਿਵਾਈਡ ਕਰ ਦਈਏ, ਤਾਂ ਉਹਨੂੰ ਅਸੀਂ ਕਵਾਂਗੇ ਨੰਬਰ ਆਫ ਮੋਲਸ। ਤੇ ਜੇ ਅਸੀਂ ਮਾਸ ਇਨ ਗ੍ਰਾਮਸ ਸਾਨੂੰ ਨਹੀਂ ਪਤਾ, ਸਾਨੂੰ ਇਹ ਪਤਾ 5 ਮੋਲਸ ਹੈ, ਠੀਕ ਹੈ, ਤੇ ਅਸੀਂ n ਨੂੰ m ਦੇ ਨਾਲ ਮਲਟੀਪਲਾਈ ਕਰ ਦਈਏ ਤਾਂ ਸਾਡੇ ਕੋਲੇ ਮਾਸ ਇਨ ਗ੍ਰਾਮਸ ਆ ਜਾਏਗਾ। ਮਾਸ ਇਨ ਗ੍ਰਾਮਸ ਇਜ਼ ਇਕੁਅਲ ਟੂ ਨੰਬਰ ਆਫ ਮੋਲਸ ਮਲਟੀਪਲਾਈਡ ਬਾय ਮੋਲਰ ਮਾਸ। ਸੋ ਮੋਲ ਕਨਸੈਪਟ ਤੇ ਬੇਟੇ ਆਲਰੇਡੀ ਵੀਡੀਓਜ਼ ਬਣੇ ਹੋਏ ਆ, ਤੁਸੀਂ ਉੱਥੋਂ ਦੀ ਇਹ ਫਾਰਮੂਲਾ ਦੁਬਾਰਾ ਕੋਰਿਲੇਟ ਕਰ ਸਕਦੇ ਹੋ। ਇੱਥੇ ਸਿਰਫ ਤੁਹਾਨੂੰ ਇੰਨਾ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਗੈਸ ਦਾ ਜਿਹੜਾ ਭਾਰ ਹੈ, ਮਾਸ ਹੈ, ਉਹ ਗ੍ਰਾਮ ਤੇ ਕਿਲੋਗ੍ਰਾਮ ਦੀ ਸ਼ਕਲ ਵਿੱਚ ਵੀ ਲਿਆ ਜਾ ਸਕਦਾ ਹੈ। ਤੇ ਆਪਾਂ ਜਿਹੜਾ ਨੰਬਰ ਆਫ ਮੋਲਸ ਜੇ ਆਪਾਂ ਨੂੰ ਪਤਾ ਹੈ ਤਾਂ ਉਹਦੇ ਤੋਂ ਵੀ ਮਾਸ ਗੈਸ ਦਾ ਕੱਢ ਸਕਦੇ ਹਾਂ। ਜਾਂ ਤਾਂ ਇਹ ਹੈ ਕਿ ਗੈਸ ਨੂੰ ਕਿਸੇ ਕੰਟੇਨਰ 'ਚ ਪਾ ਕੇ ਉਹਦਾ ਭਾਰ ਤੋਲ ਲਓ ਤੇ ਖਾਲੀ ਕੰਟੇਨਰ ਦਾ ਭਾਰ ਉਹਦੇ 'ਚੋਂ ਘਟਾ ਦਿਓ ਤਾਂ ਆਪਣੇ ਕੋਲੇ ਮਾਸ ਆਫ ਗੈਸ ਆ ਜਾਏਗਾ। ਜਾਂ ਦੂਸਰਾ ਤਰੀਕਾ ਕੀ ਹੈ ਕਿ ਸਾਨੂੰ ਨੰਬਰ ਆਫ ਮੋਲਸ ਪਤਾ ਹੋਣ, ਮੋਲਰ ਮਾਸ ਦੇ ਨਾਲ ਮਲਟੀਪਲਾਈ ਕਰ ਦੋ ਤਾਂ ਵੀ ਸਾਡੇ ਕੋਲੇ ਮਾਸ ਇਨ ਗ੍ਰਾਮਸ ਆ ਜਾਏਗਾ। ਸੋ ਨੈਕਸਟ ਪੈਰਾਮੀਟਰ ਜਿਹੜਾ ਆਪਾਂ ਸਟੱਡੀ ਕਰਨਾ ਹੈ ਉਹ ਹੈ ਵੋਲਿਊਮ। ਵੋਲਿਊਮ ਕੀ ਹੁੰਦਾ ਹੈ? ਕਿਸੇ ਵੀ ਗੈਸ ਨੇ ਕਿੰਨੀ ਜਗ੍ਹਾ ਆਕਿਊਪਾਈ ਕੀਤੀ ਹੈ ਉਹਨੂੰ ਕਹਿੰਦੇ ਆ ਵੋਲਿਊਮ। ਸੋ ਜਿਸ ਕੰਟੇਨਰ 'ਚ ਆਪਾਂ ਗੈਸ ਫਿਲ ਕਰਤੀ ਉਸ ਕੰਟੇਨਰ ਦਾ ਵੋਲਿਊਮ ਲੈ ਲਓ ਤਾਂ ਆਪਣੇ ਕੋਲੇ ਵੋਲਿਊਮ ਆਫ ਗੈਸ ਆ ਜਾਏਗਾ।
वॉल्यूम ਨੂੰ ਆਪਾਂ कैपिटल V ਦੇ ਨਾਲ डिनोट ਕਰਦੇ हैं ਤੇ ਇਹਦੇ ਜਿਹੜੇ यूनिट्स हैं बेटा वो याद रखना है, बच्चे बहुत बारी कंफ्यूज करते हैं। 1 मीटर क्यूब इज इक्वल टू एक्चुअली 1000 लीटर्स। 1000 लीटर्स का मतलब 10 रेज़ टू पावर 6 सेंटीमीटर क्यूब, यानी 10 रेज़ टू पावर 6 सीसी क्यूबिक सेंटीमीटर भी कह दिंने हैं, ठीक है। एक लीटर जिहड़ा है वो 1 डेसीमीटर क्यूब के बराबर हुंदा है। सो ये गल्लां कंफ्यूज नहीं करनियां, यूनिट्स तुहानू क्लियर होने चाहिए। यूनिट कन्वर्शन ते भी बेटा एक ऑलरेडी वीडियो पोस्ट किया जा चुका है, तुसी वो फर्स्ट चैप्टर दे विचों दी देख सकते हो। देन थर्ड मेजरेबल प्रॉपर्टी ऑफ गैसेस इज प्रेशर। प्रेशर की हुंदा है? फोर्स पर यूनिट एरिया। आप किसी भी साइकिल दे टायर दे विच जदों हवा भरदे हैं तां जदों हवा भरदे हैं आपां उहनूं दबा दबा के देखदे हैं ना, ਆਪਾਂ ਨੂੰ ਕਿੱਦਾਂ ਪਤਾ ਲੱਗਦਾ ਵੀ ਭਰੀ ਗਈ? ਆਪਾਂ ਉਹਦਾ ਪ੍ਰੈਸ਼ਰ ਚੈੱਕ ਕਰਦੇ ਹਾਂ। ਪ੍ਰੈਸ਼ਰ ਕੀ ਚੀਜ਼ ਹੁੰਦੀ ਹੈ ਕਿ ਪਰ ਯੂਨਿਟ ਏਰੀਆ ਕਿੰਨੀ ਫੋਰਸ ਲੱਗ ਰਹੀ ਹੈ, ਗੈਸ ਜਿੰਨੀ ਫੋਰਸ ਪਰ ਯੂਨਿਟ ਏਰੀਆ ਅਪਲਾਈ ਕਰ ਰਹੀ ਹੈ ਉਹਨੂੰ ਆਪਾਂ ਕਹਿੰਦੇ ਆ ਪ੍ਰੈਸ਼ਰ ਆਫ ਦੀ ਗੈਸ। ਔਰ ਇਹਨੂੰ ਆਪਾਂ P ਦੇ ਨਾਲ ਡਿਨੋਟ ਕਰਦੇ ਹਾਂ ਤੇ ਇਹਦੇ ਯੂਨਿਟਸ ਕੀ ਹੁੰਦੇ ਆ? ਪਾਸਕਲ। एटमॉस्फेयर च भी मेजर करते हैं, मिलीमीटर ऑफ मरकरी च भी मेजर करते हैं प्रेशर, न्यूटन पर मीटर स्क्वायर, बार, टॉर, ये सारे यूनिट्स प्रेशर दे हैं। सो इन्हां सारे यूनिट्स नूं असीं ईजीली एक दूसरे च कन्वर्ट भी कर सकते हैं। जिवें 1 बार इज इक्वल टू 10 रेज़ टू पावर 5 पास्कल, 1 एटमॉस्फेयर इज इक्वल टू 1.01385 बार, and 1 atmosphere is equal to 1.01325 into 10 raised to power 5 pascals। तो जे किलो पास्कल बननगे बेटा इत्थे 10 raised to power 2 आ जाएगा। नेक्स्ट मेजरेबल प्रॉपर्टी गैस दी है टेम्परेचर। टेम्परेचर की हुंदा है? मेजर ऑफ डिग्री ऑफ हॉटनेस और कोल्डनेस, ਉਹਨੂੰ ਆਪਾਂ ਕਹਿੰਦੇ हैं टेम्परेचर। टेम्परेचर ਨੂੰ T ਦੇ ਨਾਲ डिनोट करते हैं ਤੇ टेम्परेचर के यूनिट्स होंगे हैं कैल्विन या डिग्री सेंटीग्रेड, डिग्री फ़ैरेनहाइट। कैल्विन दे नाल डिग्री नहीं लगती कदे भी, सेंटीग्रेड और फ़ैरेनहाइट दे नाल आपां डिग्री लगाने हैं। कैल्विन तो जे आपां सेंटीग्रेड और सेंटीग्रेड तो कैल्विन कन्वर्ट करना है तो आपां इस फॉर्मूले की वरतों कर सकते हैं। जिवें मान लो 2 सेंटीग्रेड 2 सैल्सीयस टेम्परेचर नूं आपां कैल्विन च कन्वर्ट करना, सो 2 + 273 275 कैल्विन बन गए। जे आपां डिग्री सेंटीग्रेड तो कैल्विन च जाना है, कैल्विन तो डिग्री सेंटीग्रेड च जाना है तो आही इंटर कन्वर्शन हो गई। डिग्री फ़ैरेनहाइट और डिग्री सेंटीग्रेड इनू जे आपां कन्वर्ट करना है तो यह फॉर्मूला आपां नूं याद रखना पएगा। डिग्री फ़ैरेनहाइट इज इक्वल टू 9/5 सेल्सियस डिग्री सेल्सियस प्लस 32। सो इन्हां तरीकिਆਂ ਦੇ ਨਾਲ ਆਪਾਂ टेम्परेचर, प्रेशर, वॉल्यूम ਦੇ ਜਿਹੜੇ यूनिट्स हैं वो कन्वर्ट भी करने हैं जे आपां पहले इन्हां नूं याद कर लवांगे तां। नेक्स्ट वी आर टू स्टडी द गैस लॉज। गैस लॉ की हुंदे हैं? ਜਿਹੜੇ 4 पैरामीटर गैसेस दे आपां पढ़े उन्हां दे विच जो रिलेशंस हैं उन्हां रिलेशंस नूं गवर्न करन वाले लॉज नूं आपां कहंदे हैं गैस लॉज। इनदे विच सब तो पहला आंदा है बॉयल्स लॉ। बॉयल्स लॉ एक्चुअली प्रेशर और वॉल्यूम दे विचकार दा रिलेशन दसदा है। सोच के देखो, प्रेशर जदों आपां प्रेशर वधा रहे हैं तां वॉल्यूम जे पहला इन्ना है, वॉल्यूम हुण प्रेशर वधाण ते घट रहा है ना, वॉल्यूम मीन्स कितनी जगह घेरी है, ठीक है। सो जे आपां किसी गैस दे फिक्स्ड अमाउंट दा, किसी फिक्स्ड मास दा टेम्परेचर बदलन नहीं दिंदे तां उस कांस्टेंट टेम्परेचर ते जिहड़ा प्रेशर ऑफ गैस है दैट इज इनवर्सली प्रोपोर्शनल टू वॉल्यूम ऑफ गैस। प्रेशर इज इनवर्सली प्रोपोर्शनल टू वॉल्यूम ऑफ गैस at constant temperature and constant number of moles। मतलब टेम्परेचर आपां बदलन नहीं देना, ठीक है। जिद्दां जिद्दां असीं प्रेशर वधावांगे वॉल्यूम घटेगा, जे प्रेशर घटाया तां वॉल्यूम वधेगा। इनवर्सली प्रोपोर्शनल दा मतलब है कि जे एक चीज वधाई तां दूजी घट जाएगी, ठीक है। इस प्रोपोर्शनैलिटी नूं आपां इक्वैलिटी च चेंज करते हैं तो आपां इहनूं K दे नाल मल्टीप्लाई कर दिंदे हैं।
तो इना मतलब ये होया कि प्रोडक्ट ऑफ प्रेशर एंड वॉल्यूम विल रिमेन कांस्टेंट. प्रोडक्ट ऑफ प्रेशर एंड वॉल्यूम विल नॉट चेंज इफ वी डू नॉट चेंज टेम्परेचर एंड नंबर ऑफ मोल्स. ठीक है, ओके. हुण आपां दो केसेस लैने हैं. ठीक है, ਇਹ ਕੇਸ ਕੀ ਹੈ ਕਿ ਆਪਾਂ ਇੱਕ ਸਿਲੰਡਰ ਦੇ ਵਿੱਚ ਜਿੰਦੇ ਚ ਪਿਸਟਨ ਫਿਟ ਕੀਤੀ ਹੋਈ ਹੈ, ਜਿਵੇਂ ਪਿਚਕਾਰੀ ਹੁੰਦੀ ਹੈ ਨਾ, ਉਸ ਤਰੀਕੇ ਨਾਲ ਆਪਾਂ ਇੱਕ ਸਿਲੰਡਰ ਚ ਪਿਸਟਨ ਫਿਟ ਕਰ ਲਿਆ. ਤੇ ਜਦੋਂ ਆਪਾਂ ਇਸ ਪਿਸਟਨ ਦੇ ਵਿੱਚ ਪ੍ਰੈਸ਼ਰ ਦੇਖਿਆ ਤਾਂ P1, ਤੇ ਉਸ ਟਾਈਮ ਤੇ ਉਸ P1 ਪ੍ਰੈਸ਼ਰ ਤੇ ਵੋਲਿਊਮ ਸੀ ਗੈਸ ਦਾ V1. ਠੀਕ ਹੈ, ਥੋੜੀ ਦੇਰ ਬਾਅਦ ਆਪਾਂ ਇਸ ਪਿਸਟਨ ਦਾ ਅੰਦਰ ਵੱਲ ਨੂੰ ਧੱਕਾ ਦੇਤਾ, ਪ੍ਰੈਸ਼ਰ ਜਿਹੜਾ ਵਧਾਤਾ. ਸੋ ਨਵਾਂ ਪ੍ਰੈਸ਼ਰ ਕੀ ਹੈ P2 ਤੇ ਨਵਾਂ ਵੋਲਿਊਮ ਕੀ ਹੋਏਗਾ V2. ਆਪਾਂ ਇਹ ਦੇਖਦੇ ਹਾਂ ਕਿ ਪ੍ਰੋਡਕਟ ਆਫ ਪ੍ਰੈਸ਼ਰ ਐਂਡ ਵੋਲਿਊਮ ਇਜ਼ ਕਾਂਸਟੈਂਟ. P1 और V1 ਨੂੰ ਗੁਣਾ ਕਰ ਲਿਆ ਤਾਂ K1 ਆ ਗਿਆ. P2 और V2 ਨੂੰ ਜੇ ਗੁਣਾ ਕਰ ਲੈਣੇ ਤਾਂ K2 ਆ ਗਿਆ. ਔਰ ਜਦ ਤੱਕ ਅਸੀਂ ਟੈਂਪਰੇਚਰ ਤੇ ਨੰਬਰ ਆਫ ਮੋਲਸ ਚੇਂਜ ਨਹੀਂ ਕਰਦੇ ਨਾ, these things will remain constant. K1 ਤੇ K2 constant ਰਹਿਣਗੇ, मतलब सेम रहेंगे. सो P1 V1 is equal to P2 V2 is equal to constant, बदलणगे नहीं. तो जे आपां इन्हां नूं रीअरेंज कर लिए, P1 बटा P2 will be equal to V2 upon V1, that is equal to constant. मतलब ये चीज चेंज नहीं होएगी. बेटा इस रिलेशन ते बेस्ड आपां नूं न्यूमेरिकल्स आ सकते हैं जो आपां हुणे प्रैक्टिस करांगे, पर उस तो पहला आपां ग्राफिकल रिप्रेजेंटेशन समझिए जरा. तो पहली चीज आपां कही कि प्रेशर इज इनवर्सली प्रोपोर्शनल टू वॉल्यूम. मतलब जिद्दां जिद्दां प्रेशर ਵਧੇਗਾ वॉल्यूम ਜਿਹੜਾ ਹੈ ਉਹ ਘਟੇਗਾ. ਧਿਆਨ ਨਾਲ ਦੇਖੋ, ਇਸ ਗ੍ਰਾਫ ਤੋਂ ਆਪਾਂ ਨੂੰ ਕੀ ਸਮਝ ਆ ਰਿਹਾ ਹੈ. ਜੇ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਤਾਂ ਵੋਲਿਊਮ, ਇੱਥੇ ਦੇਖ ਰਹੇ ਹੋ ਨਾ ਤੁਸੀਂ, ਵੋਲਿਊਮ ਘੱਟ ਹੈ. ਔਰ ਜਿੱਦਾਂ ਜਿੱਦਾਂ ਪ੍ਰੈਸ਼ਰ ਘਟ ਰਿਹਾ ਹੈ ਇਸ ਪੁਆਇੰਟ ਤੇ, ਲਾਈਕ ਦਿਸ, ਜੇ ਆਪਾਂ ਇਸ ਪੁਆਇੰਟ ਤੇ ਦੇਖੀਏ ਬੇਟਾ ਪ੍ਰੈਸ਼ਰ ਘੱਟ ਹੈ ਤੇ ਵੋਲਿਊਮ ਇਹਦੇ ਨਾਲੋਂ ਜ਼ਿਆਦਾ ਹੈ. ਸੋ ਲਾਈਕਵਾਈਜ਼ ਆਪਣੇ ਕੋਲੇ ਇਸ ਗ੍ਰਾਫ ਤੋਂ ਸਾਨੂੰ ਇਹ ਸਮਝ ਆ ਰਿਹਾ ਹੈ ਕਿ ਜਦੋਂ ਪ੍ਰੈਸ਼ਰ ਵੱਧ ਰਿਹਾ ਹੈ ਤਾਂ ਵੋਲਿਊਮ ਘਟ ਜਾਏਗਾ, ਜੇ ਵੋਲਿਊਮ ਵੱਧ ਰਿਹਾ ਹੈ ਤਾਂ ਪ੍ਰੈਸ਼ਰ ਦੀ ਵੈਲਿਊ ਬਹੁਤ ਘਟ ਜਾਏਗੀ. ਠੀਕ ਹੈ, ਦੂਸਰੇ ਕੇਸ 'ਚ ਅਸੀਂ ਇਹ ਕਿਹਾ ਸੀਗਾ ਕਿ ਜਿਹੜਾ ਸਾਡੇ ਕੋਲੇ PV ਪ੍ਰੋਡਕਟ ਜਿਹੜਾ ਹੈ, ਜਦੋਂ ਆਪਾਂ ਇਹਨੂੰ ਮਲਟੀਪਲਾਈ ਕਰ ਦਿੰਨੇ ਆ, PV is equal to constant, कि PV चेंज नहीं होएगा. इन्हां दा जो गुणनफल है वो चेंज नहीं होएगा. आपां की करदे हैं, आपां डिफरेंट प्रेशर्स ते, अलग-अलग प्रेशर्स ते PV दी वैल्यू दे नाल ग्राफ प्लॉट करदे हैं ते साडे कोले स्ट्रेट लाइन आंदी है. मतलब प्रेशर जिन्ना मर्जी तुसी चेंज करी जाओ, जिहड़ा PV है ना वॉल्यूम उहदे अनुसार ही चेंज होई जाऊगा. सो जिहड़ा प्रोडक्ट है P और V दा, that will remain same until unless we do not change the temperature. ਤੇ ਬੇਟਾ ਜੇ ਆਪਾਂ ਪ੍ਰੈਸ਼ਰ ਔਰ 1 upon ਵੋਲਿਊਮ ਦਾ ਗ੍ਰਾਫ ਪਲਾਟ ਕਰਦੇ ਆ ਇੱਕ ਕਾਂਸਟੈਂਟ ਟੈਂਪਰੇਚਰ ਤੇ, मतलब ਟੈਂਪਰੇਚਰ ਮੰਨ ਲਓ ਇੱਥੇ ਮੈਂ 25 ਡਿਗਰੀ ਫਿਕਸ ਕਰ ਲਿਆ. ਠੀਕ ਹੈ, ਪ੍ਰੈਸ਼ਰ ਔਰ 1 upon ਵੋਲਿਊਮ ਦੇ ਵਿਚਕਾਰ ਜੇ ਆਪਾਂ ਗ੍ਰਾਫ ਪਲਾਟ ਕਰਦੇ ਆ ਤਾਂ ਇਟ ਕਮਸ ਆਊਟ ਟੂ ਬੀ ਸਟ੍ਰੇਟ ਲਾਈਨ. ਅਜਿਹੀਆਂ ਸਟ੍ਰੇਟ ਲਾਈਨਸ ਨੂੰ ਅਸੀਂ ਕਹਿੰਦੇ ਆ ਆਈਸੋਥਰਮਸ. ਆਈਸੋਥਰਮ ਦਾ ਮਤਲਬ ਕੀ ਹੈ कि temperature, iso means same, therm means temperature. So temperature is not changing. The curve which depicts behavior of pressure and volume at a constant temperature, these curves are known as isotherms. ਉਧਰ ਹੁਣ ਆਂਦਾ ਹੈ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬੋਇਲਸ ਲਾਅ ਦਾ ਕੀ ਸਿਗਨੀਫੀਕੈਂਸ ਹੈ. बेटा बॉयल्स लॉ ਦਾ ਸਿਗਨੀਫੀਕੈਂਸ ਇਹ ਹੈ ਕਿ ਜਦੋਂ ਐਟਮੋਸਫੇਰਿਕ ਪ੍ਰੈਸ਼ਰ ਬਹੁਤ ਲੋ ਹੁੰਦਾ ਹੈ, ਜਿਵੇਂ ਬਹੁਤ ਹਾਈ ਆਲਟੀਟਿਊਡਸ ਤੇ ਪਹਾੜਾਂ ਤੇ ਆਪਾਂ ਚਲੇ ਜਾਂਦੇ ਆ ਤਾਂ ਉੱਥੇ ਐਟਮੋਸਫੇਰਿਕ ਪ੍ਰੈਸ਼ਰ ਬਹੁਤ ਘੱਟ ਹੁੰਦਾ ਹੈ, ਉੱਥੇ 에ਅਰ ਘੱਟ ਡੈਂਸ ਹੈ. ਕਿਉਂ ਬਈ ਉੱਥੇ 에ਅਰ ਘੱਟ ਡੈਂਸ ਕਿਉਂ ਹੈ? ਡੈਂਸਿਟੀ ਦਾ ਪ੍ਰੈਸ਼ਰ ਦੇ ਨਾਲ ਕੀ ਰਿਲੇਸ਼ਨ ਹੈ, ਇਹ ਸਾਨੂੰ ਪਤਾ ਲੱਗਦਾ ਹੈ ਬॉयल्स लॉ ਤੋਂ. ਦੇਖੋ बॉयल्स लॉ ਦਾ ਮਤਲਬ ਹੈ ਕਿ ਪ੍ਰੈਸ਼ਰ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਵੋਲਿਊਮ. ਪ੍ਰੈਸ਼ਰ ਔਰ ਵੋਲਿਊਮ ਦੀ ਇਨਵਰਸ ਪ੍ਰੋਪੋਰਸ਼ਨੈਲਿਟੀ ਨੂੰ ਜਦੋਂ ਅਸੀਂ ਇਕੁਅਲ ਟੂ ਚ ਬਦਲਦੇ ਹਾਂ ਤਾਂ K ਦੇ ਨਾਲ ਮਲਟੀਪਲਾਈ ਕਰਦੇ ਹਾਂ, K ਕਾਂਸਟੈਂਟ. ਤੇ ਇੱਥੋਂ ਦੀ ਵੋਲਿਊਮ ਕੀ ਆਇਆ? ਵੋਲਿਊਮ ਦਾ ਮਤਲਬ ਬਣਿਆ K upon P.
इस तरीके नाल, इसी फार्मूला तो वॉल्यूम K अपॉन P आ गया। ओके, सानू पता है डेंसिटी की डेफिनेशन की हुंदी है मास पर यूनिट वॉल्यूम, ठीक है। हुण इत्थे जे असी वॉल्यूम दी थां ते K बाय P, वॉल्यूम नीचे है ना, सो K बाय P असी पुट करता, तो K तो कांस्टेंट है। जे असी मास भी कांस्टेंट लिता है, जिवें बॉयल्स लॉ ते कहंदे ना आपां मास कांस्टेंट है, टेंपरेचर कांस्टेंट है, तो बेटा डेंसिटी और प्रेशर दा डायरेक्ट प्रोपोर्शनैलिटी आ गई। सो असी ये कहने हैं कि हाई ऑल्टीट्यूड से प्रेशर लो है तो एयर घट डेंस है, मतलब एयर दा मास पर यूनिट वॉल्यूम भी घट है। तो इनका मतलब ये होया कि साह लैण दे लई घट क्वांटिटी ऑफ ऑक्सीजन पहाड़ां दे उत्ते अवेलेबल है। इनदे करके कई बारी बेटा ऑल्टीट्यूड सिकनेस भी हो जाती है। ऑल्टीट्यूड सिकनेस मतलब जिवें कई बारी ਆਪਾਂ ਨੂੰ ਜਦੋਂ ਵੀ ਪਹਾੜ ਤੇ ਜਾਂਦੇ ਆ ਨਾ ਤਾਂ ਇਦਾਂ ਦੀ ਫੀਲਿੰਗ ਆਉਂਦੀ ਹੈ ਵੀ ਜਿਸ ਤਰ੍ਹਾਂ ਸਾਹ ਔਖਾ ਜਿਹਾ ਆ ਰਿਹਾ ਹੈ ਜਾਂ ਸਿਰ ਦਰਦ ਹੋ ਰਹੀ ਹੈ ਜਾਂ ਵੋਮਿਟ ਵਰਗੀ ਫੀਲਿੰਗ ਹੋ ਰਹੀ ਹੈ, ਉਹ ਇਸੇ ਕਰਕੇ ਹੁੰਦਾ ਹੈ ਕਿਉਂਕਿ ਆਕਸੀਜਨ ਉੱਥੇ ਘੱਟ ਅਮਾਉਂਟ ਚ ਅਵੇਲੇਬਲ ਹੁੰਦੀ ਹੈ ਹਵਾ ਦੇ ਵਿੱਚ। ਸੋ ਇਹੀ ਇੱਕ ਰੀਜ਼ਨ ਹੈ ਕਿ ਜਿਹੜੇ ਮਾਊਂਟੇਨੀਅਰਸ ਹੈ, ਜਿਹੜੇ ਬਹੁਤ ਜ਼ਿਆਦਾ ਜਿਵੇਂ ਮਾਊਂਟ ਐਵਰੈਸਟ ਚੜਨ ਦੇ ਲਈ ਕਿਸੇ ਨੇ ਆਪਣੀ ਤਿਆਰੀ ਕਰਨੀ ਹੈ ਤਾਂ ਉਹਨਾਂ ਨੂੰ ਆਕਸੀਜਨ ਸਿਲੰਡਰਸ ਆਪਣੇ ਨਾਲ ਚੱਕਣੇ ਪੈਂਦੇ ਆ, ਕੈਰੀ ਕਰਨੇ ਪੈਂਦੇ ਆ, ਠੀਕ। ਅੱਛਾ, ਹੁਣ ਇੱਕ ਬਹੁਤ ਹੀ ਇੰਟਰਸਟਿੰਗ ਕੇਸ ਹੈ ਜਿਹੜਾ ਮੈਂ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਨਾ ਹੈ, ਉਹ ਇਹ ਹੈ ਕਿ ਜੇ ਤੁਸੀਂ ਕਦੇ ਸਾਈਕਲ ਦੇ ਟਾਇਰ 'ਚ ਹਵਾ ਭਰੀ ਹੋਵੇ ਤਾਂ ਜਦੋਂ ਅਸੀਂ ਹਵਾ ਭਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਵੀ ਪ੍ਰੈਸ਼ਰ ਵੀ ਵੱਧਦਾ ਹੈ ਤੇ ਨਾਲ-ਨਾਲ ਵੋਲਿਊਮ ਵੀ ਵੱਧਦਾ ਹੈ। ਟਾਇਰ ਜਿਹੜਾ ਉਹ ਫੁੱਲ ਹੋ ਜਾਂਦਾ ਨਾ, ਇਨਫਲੇਟ ਹੋ ਜਾਂਦਾ ਹੈ, ਵੋਲਿਊਮ ਜ਼ਿਆਦਾ ਆਕਿਊਪਾਈ ਕਰਦਾ ਹੈ ਤੇ ਪ੍ਰੈਸ਼ਰ ਵੀ ਵੱਧ ਜਾਂਦਾ ਹੈ। ਫਿਰ ਇੱਥੇ ਬੋਇਲਸ ਲਾ ਫੇਲ ਹੋ ਗਿਆ। ਧਿਆਨ ਨਾਲ ਸੋਚ ਕੇ ਦੇਖੋ बेटा, इत्थे बॉयल्स लॉ फेल नहीं होया, बल्कि इत्थे बॉयल्स लॉ अप्लाई नहीं हो रहा। क्यों? क्योंकि बॉयल्स लॉ तो उदों अप्लाई हुंदा है जदों मास ऑफ गैस फिक्स होवे। जदों आपां टायर भर रहे हैं, आपां टायर दे अंदर होर मास ऑफ एयर फिल कर रहे हैं ना, इस करके उत्थे बॉयल्स लॉ फिट नहीं होएगा, ठीक है। उत्थे बॉयल्स लॉ अप्लाई ही नहीं होएगा। बॉयल्स लॉ कदों अप्लाई हुंदा है? जदों असीं मास ऑफ गैस और टेंपरेचर ऑफ गैस चेंज नहीं करते। सो बेटा बॉयल्स लॉ नूं जे तुसीं रियल लाइफ सिचुएशंस दे विच देखना है तां इहदे ते बेस्ड न्यूमेरिकल प्रैक्टिस करदे हैं, फिर आपां नूं जाके बॉयल्स लॉ बहुत वधिया समझ आ जाएगा। सो क्वेश्चन है कि एक वैसल जिंदी कैपेसिटी 120 मिलीलीटर है, उहदे च कुछ मास ऑफ गैस 20 डिग्री ते फिल किया होया, प्रेशर कितना है 750 मिलीमीटर मरकरी का। जदों इस गैस नूं 120 ml तो उस वैसल चों कढ के नवी बर्तन च पा दिता, नवे वैसल च पाता जिंदा वॉल्यूम 180 ml सी, तां हुण नवे बर्तन दे विच वॉल्यूम चेंज हो गया। प्रेशर दसो कितना होगा? देखो पहला वॉल्यूम कितना है 120, दूसरा वॉल्यूम कितना है 180। गैस नूं तां जिन्ना वॉल्यूम दे दोगे उन्हें उन्ना ही एक्वायर कर लेना। पहला प्रेशर कितना है 750, दूसरा प्रेशर सानू पूछा गया है, सानू बॉयल्स लॉ दे अकॉर्डिंगली P1 V1 इज इक्वल टू P2 V2 पता है, वैल्यूज पुट कर दो तो अपने को P2 कितना आ जाएगा 500 मिलीमीटर ऑफ मरकरी। ये अपना आंसर बन गया। बेटा डिस्क्रिप्शन बॉक्स ਦੇ ਵਿੱਚ ਜਿਹੜੇ ਨੋਟਸ ਹੈ ਨਾ, ਉਹਨਾਂ ਨੋਟਸ ਦੇ ਵਿੱਚ ਮੈਂ ਤੁਹਾਨੂੰ ਇਸੇ ਤਰ੍ਹਾਂ ਦੇ ਹੋਰ ਨੂਮੈਰੀਕਲਸ ਵੀ ਵਿਦ ਸੋਲੂਸ਼ਨ ਪੋਸਟ ਕਰੂੰਗੀ, ਤੁਸੀਂ ਉੱਥੋਂ ਦੀ ਪ੍ਰੈਕਟਿਸ ਕਰ ਸਕਦੇ ਹੋ। ਬॉयल्स लॉ ਜਾਂ ਚਾਰਲਸ ਲॉ ਜਿਹੜੇ ਵੀ ਗੈਸ ਲॉज ਹੈ ਤੁਹਾਨੂੰ ਉਦੋਂ ਤੱਕ ਸਮਝ ਨਹੀਂ ਆਣੇ ਬੇਟਾ ਜਦੋਂ ਤੱਕ ਤੁਸੀਂ ਇਹਨਾਂ ਦੀ ਨੂਮੈਰੀਕਲ ਪ੍ਰੈਕਟਿਸ ਨਹੀਂ ਕਰਦੇ। ਸੋ ਨੋਟਸ ਦੇ ਵਿੱਚੋਂ ਨੂਮੈਰੀਕਲ ਜ਼ਰੂਰ ਕਰਨੇ ਹੈ। नेक्स्ट है चार्ल्स लॉ। चार्ल्स लॉ एक्चुअली टेंपरेचर और वॉल्यूम दे विचकार रिलेशन है ते असी बाकी दो पैरामीटर जेडे है वो कांस्टेंट रखांगे। केड़े-केड़े दो बाकी पैरामीटर रह गए? यस, प्रेशर और मास ऑफ गैस। सो चार्ल्स लॉ दी स्टेटमेंट की है कि एट कांस्टेंट प्रेशर वॉल्यूम of a given mass of gas, volume is directly proportional to temperature। कहने का मतलब है जो प्रेशर कांस्टेंट है, गिवन मास ऑफ गैस है, मास कांस्टेंट आ गया, तो वॉल्यूम इज डायरेक्टली प्रोपोर्शनल टू टेम्परेचर। और डायरेक्टली प्रोपोर्शनल वाली
ਪ੍ਰੋਪੋਰਸ਼ਨੈਲਿਟੀ ਨੂੰ ਜਦੋਂ ਆਪਾਂ ਇਕੁਅਲ ਟੂ ਚ ਬਦਲਣਾ ਹੈ ਤਾਂ ਕਾਂਸਟੈਂਟ k ਦੇ ਨਾਲ ਮਲਟੀਪਲਾਈ ਹੋ ਜਾਣਾ ਹੈ। ਸੋ k ਦੀ ਵੈਲਿਊ ਕਿੰਨੀ ਹੈ? v upon t। ਕਹਿਣ ਦਾ ਮਤਲਬ ਇਹ ਹੈ ਕਿ ਜਿੰਨੀ ਵਾਰੀ ਮਰਜ਼ੀ ਆਪਾਂ ਕਿਸੇ ਗੈਸ ਦੇ ਫਿਕਸਡ ਅਮਾਉਂਟ ਦਾ ਵੋਲਿਊਮ ਬਦਲ ਲਈਏ, ਨਾਲ ਨਾਲ ਉਹਦਾ ਟੈਂਪਰੇਚਰ ਬਦਲੀ ਜਾਣਾ ਹੈ। ਟੈਂਪਰੇਚਰ ਬਦਲਾਂਗੇ, ਉਹਦਾ ਵੋਲਿਊਮ ਬਦਲ ਜਾਣਾ ਹੈ। ਪਰ ਹਮੇਸ਼ਾ v/t ਮਤਲਬ ਜਦੋਂ ਆਪਾਂ ਵੋਲਿਊਮ ਨੂੰ ਟੈਂਪਰੇਚਰ ਦੇ ਨਾਲ ਡਿਵਾਈਡ ਕਰਾਂਗੇ ਨਾ, ਤਾਂ ਜਿਹੜਾ ਡਿਵੀਜ਼ਨ ਕੋਸ਼ੈਂਟ ਹੈ ਉਹ ਹਮੇਸ਼ਾ ਸੇਮ ਰਹੂਗਾ ਬੇਟਾ। ਇਸ ਚੀਜ਼ ਨੂੰ ਨਹੀਂ ਭੁੱਲਣਾ, ਠੀਕ ਹੈ। ਹੁਣ ਇੱਥੇ ਆਪਾਂ ਐਗਜ਼ਾਮਪਲ ਲੈਣੇ ਆ ਕਿ ਜੇ ਆਪਾਂ ਵੋਲਿਊਮ ਆਫ ਗੈਸ ਜਿਹੜਾ ਹੈ ਉਹ v1 ਤੋਂ v2 ਕਰਤਾ, ਕਿਉਂ? ਕਿਉਂਕਿ ਟੈਂਪਰੇਚਰ t1 ਤੋਂ t2 ਹੋ ਗਿਆ, ਤਾਂ ਰਿਲੇਸ਼ਨ ਕੀ ਹੋਊਗਾ? v1/v2 is equal to t1/t2। ਇਹਨੂੰ ਤੁਸੀਂ ਨੂਮੈਰੀਕਲਸ ਦੇ ਲਈ ਧਿਆਨ ਚ ਰੱਖਣਾ ਹੈ ਕਿ ਰਿਲੇਸ਼ਨ ਵੋਲਿਊਮ ਔਰ ਟੈਂਪਰੇਚਰ ਦਾ ਇਸ ਨਾਲ ਰਿਲੇਟਡ ਹੈ। ਹੁਣ ਚਾਰਲਸ ਲਾਅ ਦੇ ਵਿੱਚ ਆਪਾਂ ਇੱਕ ਬਹੁਤ ਹੀ ਇੰਟਰਸਟਿੰਗ ਗੱਲ ਪੜ੍ਹਦੇ ਹਾਂ ਕਿ ਜਦੋਂ ਵੀ ਕਾਂਸਟੈਂਟ ਪ੍ਰੈਸ਼ਰ ਤੇ ਵੋਲਿਊਮ ਜਿਹੜਾ ਹੈ ਉਹ ਗੈਸ ਦਾ ਵਧਣਾ ਜਾਂ ਘਟਣਾ ਹੈ with every 1 degree rise or fall in temperature, ਉਹ ਕਿੰਨਾ ਵਧਣਾ ਜਾਂ ਘਟਣਾ ਹੈ। ਦੇਖੋ ਬੇਟੇ, ਆਪਾਂ ਮੰਨ ਲਓ ਕੋਈ ਟੈਂਪਰੇਚਰ T1 ਤੇ ਵੋਲਿਊਮ ਜਿਹੜਾ ਸੀ ਉਹ V0 ਓਰੀਜਨਲ ਵੋਲਿਊਮ ਹੈ। ਅਸੀਂ ਜਦੋਂ ਟੈਂਪਰੇਚਰ ਦੇ ਵਿੱਚ T ਡਿਗਰੀਜ਼ ਦੀ ਚੇਂਜ ਲੈ ਆਂਦੀ, 2 ਡਿਗਰੀ 4 ਡਿਗਰੀ 6 ਡਿਗਰੀ ਅਸੀਂ ਵਧਾਤਾ, ਤਾਂ ਕੀ ਹੋਣਾ ਹੈ? ਨਵਾਂ ਵੋਲਿਊਮ ਜਿਹੜਾ ਹੋਏਗਾ that VT will be equal to ਪਹਿਲੇ ਵਾਲੇ ਵੋਲਿਊਮ ਦੇ ਵਿੱਚ 1/273 ਪਰ ਡਿਗਰੀ, 1 ਡਿਗਰੀ ਟੈਂਪਰੇਚਰ ਵਾਸਤੇ ਇੰਨਾ ਵਾਧਾ ਜਾਂ ਘਾਟਾ ਹੋਣਾ, ਠੀਕ ਹੈ। ਜਿਵੇਂ ਮੰਨ ਲਓ ਵੋਲਿਊਮ 100 ml ਸੀਗਾ, ਹੁਣ ਅਸੀਂ ਟੈਂਪਰੇਚਰ ਵਧਾਤਾ ਤਾਂ ਵੋਲਿਊਮ 100 ਤੋਂ ਕਿੰਨਾ ਵੱਧ ਜਾਏਗਾ? ਜੇ ਮੰਨ ਲਓ ਮੈਂ 5 ਡਿਗਰੀ ਵਧਾਤਾ ਤਾਂ 5/273, ਜਦੋਂ ਇੱਥੇ ਆਪਾਂ LCM ਲਵਾਂਗੇ 273 plus 5 278 upon 273 ਬਣ ਗਿਆ into V0, ਜਿਹੜਾ ਮੇਰਾ ओरिजिनल ਵੋਲਿਊਮ ਇੱਥੇ ਗੈਸ ਦਾ ਸੀਗਾ V0, ਉਹਦੇ ਵਿੱਚ ਇੰਨਾ ਫੈਕਟਰ ਆਪਾਂ ਨੂੰ ਮਲਟੀਪਲਾਈ ਕਰਨਾ ਪੈਣਾ ਤਾਂ ਬਣੇਗਾ ਨਵਾਂ ਵੋਲਿਊਮ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ 1 2 4 ਜਿੰਨੀਆਂ ਵੀ ਡਿਗਰੀਜ਼ ਟੈਂਪਰੇਚਰ ਵਧਾ ਰਹੇ ਹਾਂ ਨਾ, ਹਰ ਇੱਕ 1 ਡਿਗਰੀ ਰਾਈਜ਼ ਦੇ ਲਈ ਇੰਨੀ ਸਾਡੇ ਕੋਲੇ ਵੋਲਿਊਮ, ਨਵਾਂ ਵੋਲਿਊਮ ਜਿਹੜਾ ਬਣੇਗਾ ਨਾ, ਉਹ ਪਿਛਲੇ ओरिजिनल ਵੋਲਿਊਮ ਦੇ ਵਿੱਚ ਇੰਨੀ ਚੀਜ਼ ਸਾਨੂੰ ਮਲਟੀਪਲਾਈ ਕਰਨੀ ਪਏਗੀ, ਠੀਕ ਹੈ। ਸੋ ਆਪਾਂ ਇਸ ਚੀਜ਼ ਨੂੰ VTVO ਇਹਦੀ ਸ਼ਕਲ ਚ ਸਮਝ ਲੈਂਦੇ ਹਾਂ ਕਿ ਵੋਲਿਊਮ ओरिजिनल वॉल्यूम जिन्ना है, टेंपरेचर जेड़ा नवा टेंपरेचर है अपॉन ओरिजिनल टेंपरेचर, ठीक है। जेड़ा वही चीज है बेटा V1 V2 T1 T2 वाली जेड़ी आपां पहला इत्थे ऊपर कीती है ना, बस उन्हों 1 और 2 दी बजाय मैं ओरिजिनल ते न्यू VT और V0 ये ले ली, कोई फर्क नहीं है बेटा, सेम चीज कही जा रही है उत्थे। पहला तो मैं ही दसिया सी ना, V1 upon V2 is equal to T1 upon T2। कहने का मतलब है V/T is constant। अच्छा, हुण आपां जरा ग्राफ समझते हैं। ग्राफ ये है कि जिस तरह टेंपरेचर असी वधावांगे उसे तरह वॉल्यूम वधेगा, जिद्दां जिद्दां टेंपरेचर वधावांगे वॉल्यूम वधेगा। अच्छा, इनदे विच समझण वाली गल की है कि असी प्रैशर चेंज नहीं कर रहे। जे असी एक पर्टिकुलर प्रैशर P3 ते लिता तो साडे कोले आ कर्व आ गया, जे प्रैशर P2 कांस्टेंट प्रैशर ते लिता तो आ कर्व आ गया। इन्हां कर्व्स नूं असी की नाम दिन्ने हैं? इन्हां नूं नाम दिन्ने हैं आइसोबार्स। आइसोबार की हुंदे हैं? द कर्व्स showing volume and temperature plotted at different fixed pressure। ਵੱਖ-ਵੱਖ ਫਿਕਸਡ ਪ੍ਰੈਸ਼ਰ ਤੇ ਜਿਹੜੇ ਆ ਕਰਵਸ ਹੈ, ਜਿਹੜੇ ਵੋਲਿਊਮ ਔਰ ਟੈਂਪਰੇਚਰ ਦਾ ਬਿਹੇਵੀਅਰ ਦੱਸ ਰਹੇ ਹੈ, ਇਹਨਾਂ ਕਰਵਸ ਨੂੰ ਅਸੀਂ ਕਹਿੰਦੇ ਆ ਆਈਸੋਬਾਰਸ। ਓਕੇ ਬੇਟੇ, ਚਾਰਲਸ ਲਾਅ ਦਾ ਬੜਾ ਹੀ ਇੱਕ ਇੰਪੋਰਟੈਂਟ ਸਿਗਨੀਫੀਕੈਂਸ ਹੈ, ਉਹ ਇਹ ਹੈ ਕਿ ਜੇ ਵੋਲਿਊਮ ਵੱਧ ਰਿਹਾ ਹੈ, ਟੈਂਪਰੇਚਰ ਵੱਧ ਰਿਹਾ ਹੈ, ਸਮਝ ਲੱਗ ਰਿਹਾ ਹੈ ਬੇਟਾ, ਜੇ ਟੈਂਪਰੇਚਰ ਘਟ ਗਿਆ ਤਾਂ ਵੋਲਿਊਮ ਵੀ ਘਟੇਗਾ। टेंपरेचर जे 0 हो गया तो वॉल्यूम भी 0 होना चाहिए, ठीक है।
सो ਅਸੀਂ ਦੇਖਦੇ ਹਾਂ ਜੇ ਅਸੀਂ ਡਿਗਰੀ ਸੈਂਟੀਗ੍ਰੇਡ ਸਕੇਲ ਤੇ ਟੈਂਪਰੇਚਰ ਲੈ ਰਹੇ ਹਾਂ ਨਾ ਤਾਂ ਜਿਹੜਾ ਵੋਲਿਊਮ ਆਫ ਗੈਸ ਹੈ ਡਿਗਰੀ ਸੈਂਟੀਗ੍ਰੇਡ ਦੀ ਗੱਲ ਕਰ ਰਹੀ ਹਾਂ ਮੈਂ ਬੇਟਾ ਤਾਂ ਵੋਲਿਊਮ ਆਫ ਗੈਸ ਡਸ ਨਾਟ ਬਿਕਮ ਜ਼ੀਰੋ ਜੇ ਟੈਂਪਰੇਚਰ ਜ਼ੀਰੋ ਹੋਇਆ ਹੈ ਤਾਂ ਵੋਲਿਊਮ ਵੀ ਜ਼ੀਰੋ ਹੋਣਾ ਚਾਹੀਦਾ ਨਾ ਹੈ ਨਾ ਬਟ ਅਸੀਂ ਦੇਖਦੇ ਹਾਂ ਕਿ ਜਿਹੜਾ ਵੋਲਿਊਮ ਜ਼ੀਰੋ ਕਦੋਂ ਹੁੰਦਾ ਹੈ ਟੈਂਪਰੇਚਰ ਕਿਹੜੇ ਸਕੇਲ ਤੇ ਜ਼ੀਰੋ ਹੋਣ ਦੇ ਨਾਲ ਉਹ ਹੈ 0 ਕੈਲਵਿਨ 0 ਕੈਲਵਿਨ ਨੂੰ ਆਪਾਂ ਐਬਸੋਲੂਟ ਜ਼ੀਰੋ ਕਹਿੰਦੇ ਆ ਕਿਉਂ ਕਿਉਂਕਿ 0 ਕੈਲਵਿਨ ਜਿਹੜਾ ਹੈ ਉਹ ਤਾਪਮਾਨ ਹੈ ਜਦੋਂ 0 ਕੈਲਵਿਨ ਆਇਆ ਤਾਂ ਵੋਲਿਊਮ ਆਫ ਗੈਸ ਬਿਕਮਸ ਜ਼ੀਰੋ ਇਹਨੂੰ ਅਸੀਂ ਐਬਸੋਲੂਟ ਜ਼ੀਰੋ ਵੀ ਕਹਿੰਦੇ ਆ ਸੋ ਡਿਗਰੀ ਸੈਂਟੀਗ੍ਰੇਡ scale is not the absolute scale Kelvin scale is absolute ਤਾਂ ਹੀ ਤਾਂ ਕੈਲਵਿਨ ਤੇ ਆਪਾਂ ਡਿਗਰੀ ਨਹੀਂ ਲਗਾਉਂਦੇ ਕਦੀ ਓਕੇ ਡਿਗਰੀ ਆਪਾਂ ਲਗਾਉਂਦੇ ਜਦੋਂ ਕੰਪੈਰੀਜ਼ਨ ਕਰਦੇ ਆ ਉਦੋਂ ਡਿਗਰੀ ਲਗਾਉਂਦੇ ਆ ਸੋ ਸੈਲਸੀਅਸ ਸਕੇਲ ਪਰਫੈਕਟ ਸਕੇਲ ਨਹੀਂ ਹੈ ਪਰਫੈਕਟ ਸਕੇਲ ਹੈ ਕੈਲਵਿਨ ਸਕੇਲ ਓਕੇ ਚਾਰਲਸ ਲਾ ਦਾ ਅਸੀਂ ਰੋਜ਼ਾਨਾ ਜ਼ਿੰਦਗੀ 'ਚ ਦੇਖਦੇ ਆ ਜਿਹੜੇ ਹੌਟ 에ਅਰ ਬੈਲੂਨ ਹੈ ਜਿਨ੍ਹਾਂ ਨੂੰ ਅਸੀਂ ਮੌਸਮ ਦਾ ਅਨੁਮਾਨ ਲਗਾਉਣ ਦੇ ਲਈ ਜਾਂ ਸਪੋਰਟਸ ਦੇ ਵਿੱਚ ਤੁਸੀਂ ਉਹ ਦੇਖੇ ਹੋਣੇ ਆ ਨਾ ਗਰਮ ਗੈਸ ਦੇ ਗੁਬਾਰੇ ਜਿਨ੍ਹਾਂ ਦੇ ਵਿੱਚ ਆਪਾਂ ਇਨਸਟਰੂਮੈਂਟਸ ਰੱਖ ਕੇ ਉਹਨਾਂ ਨੂੰ ਉੱਪਰ ਬੱਦਲਾਂ ਵੱਲ ਨੂੰ ਭੇਜ ਸਕਦੇ ਹਾਂ ਹੌਟ 에ਅਰ ਬੈਲੂਨ ਕਿਉਂ ਰਾਈਜ਼ ਕਰਦਾ ਉੱਪਰ ਇਹ ਚਾਰਲਸ ਲਾ ਤੇ ਬੇਸਡ ਇਹਦਾ ਸਿਧਾਂਤ ਹੈ ਚਾਰਲਸ ਲਾ ਕੀ ਕਹਿੰਦਾ ਬੇਟਾ ਕਿ ਜਦੋਂ ਅਸੀਂ ਹਵਾ ਨੂੰ ਗਰਮ ਕੀਤਾ ਹੌਟ 에ਅਰ ਬੈਲੂਨ ਦੇ ਅੰਦਰ ਬੇਟੇ ਹਵਾ ਨੂੰ ਗਰਮ ਕੀਤਾ ਜਾਂਦਾ ਹੈ ਜਦੋਂ ਹਵਾ ਗਰਮ ਕੀਤੀ ਜਾਏਗੀ ਟੈਂਪਰੇਚਰ ਵਧਿਆ ਤਾਂ ਉਹਦਾ ਵੋਲਿਊਮ ਵਧੇਗਾ ਹਵਾ ਫੈਲ ਜਾਏਗੀ ਜਦੋਂ ਹਵਾ ਫੈਲੇਗੀ ਤਾਂ ਉਹਦੀ ਡੈਂਸਿਟੀ ਘਟ ਜਾਏਗੀ ਜਦੋਂ ਡੈਂਸਿਟੀ ਘਟ ਗਈ ਤਾਂ ਹਲਕੀ ਹੋ ਕੇ ਉਹ ਉੱਪਰ ਉੱਠੇਗੀ ਉੱਪਰ ਉੱਠਦੀ ਹੈ ਐਜ਼ ਅ ਰਿਜ਼ਲਟ ਆਪਾਂ ਨੂੰ ਕੋਈ ਹੋਰ ਫਿਊਲ ਨਹੀਂ ਖਰਚਣਾ ਪੈਂਦਾ ਹਵਾ ਦਾ ਗੁਬਾਰਾ ਆਪਣੇ ਆਪ ਹੀ ਉੱਪਰ ਜਾਈ ਜਾਂਦਾ ਹੈ ਹੌਟ 에ਅਰ ਰਾਈਜ਼ਸ ਅਪ ਬਾਈ ਡਿਸਪਲੇਸਿੰਗ ਕੋਲਡ 에ਅਰ ਡਾਊਨ ਉੱਪਰ ਵਾਲੀ ਠੰਡੀ ਹਵਾ ਨੂੰ ਡਿਸਪਲੇਸ ਕਰਕੇ ਗਰਮ ਹਵਾ ਵਾਲਾ ਗੁਬਾਰਾ ਉੱਪਰ ਵੱਲ ਨੂੰ ਰਾਈਜ਼ ਕਰਦਾ ਹੈ ਇਹ ਚਾਰਲਸ ਲਾ ਦਾ ਇੱਕ ਇੰਪੋਰਟੈਂਟ ਸਿਗਨੀਫੀਕੈਂਸ ਹੈ ਹੁਣ ਆਪਾਂ ਚਾਰਲਸ ਲਾ ਤੇ ਬੇਸਡ ਕੁਝ ਨਿਊਮੈਰੀਕਲਸ ਦੀ ਪ੍ਰੈਕਟਿਸ ਕਰਦੇ ਹਾਂ ਪਹਿਲਾ ਸਵਾਲ ਹੈ 20 ml of hydrogen measured at 15 degree centigrade are heated to 35 degree centigrade. What is the new volume at same pressure? देखो volume 20 ml ठीक है टेम्परेचर 15 डिग्री तो चेंज करता 35 डिग्री ठीक है सो V1 है 20 ml सानू नवा वॉल्यूम नहीं पता ਟੈਂਪਰੇਚਰ ਬੇਟੇ ਜਦੋਂ ਡਿਗਰੀ ਸੈਂਟੀਗ੍ਰੇਡ ਚ ਹੋਊਗਾ ਉਹਨੂੰ ਆਪਾਂ ਕੈਲਵਿਨ ਚ ਚੇਂਜ ਕਰਨਾ ਹੈ ਸੋ 15 ਡਿਗਰੀ ਸੈਂਟੀਗ੍ਰੇਡ ਨੂੰ 288 ਕੈਲਵਿਨ ਬਣਾ ਲਿਆ ਔਰ 35 ਡਿਗਰੀ ਸੈਂਟੀਗ੍ਰੇਡ ਨੂੰ 308 ਕੈਲਵਿਨ ਬਣ ਗਿਆ ਚਾਰਲਸ ਲਾ ਅਪਲਾਈ ਕਰਨਾ ਹੈ ਚਾਰਲਸ ਲਾ ਕੀ ਫਾਰਮੂਲਾ ਆਪਣੇ ਕੋਲੇ V1 by T1 is equal to V2 by T2 ਸੋ V1 ਕਿੰਨਾ ਹੈ 20 T1 ਕਿੰਨਾ ਹੈ 288 वैल्यू पुट करती V2 सानू नहीं पता T2 कितना है 308 सो अपने को ले V2 दी कितनी वैल्यू आ गई 21.38 ml सेकंड क्वेश्चन है at what temperature centigrade will the volume of gas at 0 degree double itself pressure remaining constant इनका की मतलब होया कि सेंटीग्रेड स्केल ते केड़े तापमान ते वॉल्यूम है ਜਿਹੜਾ ਗੈਸ ਦਾ ਉਹ ਆਪਣੇ ਆਪ ਨੂੰ ਡਬਲ ਕਰ ਲੇਗਾ ਸੋ ਵੋਲਿਊਮ ਆਫ ਗੈਸ ਐਟ 0 ਡਿਗਰੀ ਸੈਂਟੀਗ੍ਰੇਡ ਇਜ਼ VML ਠੀਕ ਹੈ ਅਸੀਂ ਇਹ ਦੇਖ ਰਹੇ ਹਾਂ ਕਿ ਇਨੀਸ਼ੀਅਲ ਵੋਲਿਊਮ VML ਟੈਂਪਰੇਚਰ 0 ਡਿਗਰੀ ਹੈ ਨਾ 0 ਡਿਗਰੀ ਮਤਲਬ 273 ਕੈਲਵਿਨ ਕਿਹੜੇ ਟੈਂਪਰੇਚਰ ਤੇ ਵੋਲਿਊਮ ਜਿਹੜਾ ਡਬਲ ਹੋ ਜਾਏਗਾ ਜਿੰਨਾ ਇਹ ਵਾਲਾ ਵੋਲਿਊਮ ਹੈ ਉਸ ਤੋਂ 2V ਡਬਲ ਹੋ ਗਿਆ ਸੋ ਅਸੀਂ ਟੈਂਪਰੇਚਰ ਕੱਢਣਾ ਹੈ So V1 by T1 is equal to V2 by T2 वैल्यू पुट कर दो ਤਾਂ ਸਾਡੇ ਕੋਲੇ T2 ਦੀ ਵੈਲਿਊ ਕਿੰਨੀ ਆ ਗਈ 546 ਕੈਲਵਿਨ ਹੁਣ ਤੁਹਾਨੂੰ ਪੁੱਛਿਆ ਕੀ ਸੀਗਾ ਕਿ ਡਿਗਰੀ ਸੈਂਟੀਗ੍ਰੇਡ ਸਕੇਲ ਤੇ ਸੋ ਡਿਗਰੀ ਸੈਂਟੀਗ੍ਰੇਡ ਸਕੇਲ ਆਪਾਂ ਇਹਨੂੰ ਕਿਵੇਂ ਕਨਵਰਟ ਕਰ ਦਾਂਗੇ ਜੇ ਆਪਾਂ ਇਹਦੇ ਵਿੱਚੋਂ 273 ਮਾਈਨਸ ਕਰ ਦਾਂਗੇ
तो अपने को उत्तर भी आ जाता है 273 डिग्री सेंटीग्रेड। नेक्स्ट है गे-लुसैक्स लॉ। ये है प्रेशर और टेंपरेचर का रिलेशन। हुण आपां किहड़ियां दो चीज़ां कांस्टेंट रखांगे, बाकी दे दो पैरामीटर किहड़े-किहड़े है, एक तो है वॉल्यूम और एक है नंबर ऑफ मोल्स। सो स्टेटमेंट पढ़ते हैं आपां। एट कांस्टेंट वॉल्यूम pressure of a given mass of a gas is directly proportional to temperature। मतलब pressure is directly proportional to temperature। जे टेम्परेचर ਵਧੇਗਾ ਤਾਂ ਪ੍ਰੈਸ਼ਰ ਵੀ ਵਧੇਗਾ, ਜੇ ਪ੍ਰੈਸ਼ਰ ਘਟੇਗਾ ਤਾਂ ਟੈਂਪਰੇਚਰ ਵੀ ਘਟੇਗਾ। ਸੋ P is directly proportional to T ਐਂਡ ਪ੍ਰੋਪੋਰਸ਼ਨੈਲਿਟੀ ਨੂੰ ਜਦੋਂ ਆਪਾਂ ਇਕੁਅਲ ਟੂ ਚ ਚੇਂਜ ਕਰਦੇ ਹਾਂ, ਇਕੁਐਲਿਟੀ ਚ ਚੇਂਜ ਕਰਦੇ ਹਾਂ ਤਾਂ ਕਾਂਸਟੈਂਟ K ਦੇ ਨਾਲ ਮਲਟੀਪਲਾਈ ਕਰਦੇ ਹਾਂ, P by T will remain constant। मतलब ਪ੍ਰੈਸ਼ਰ ਬਦਲੀ ਜਾਵੇ ਉਹਦੇ ਨਾਲ ਟੈਂਪਰੇਚਰ ਬਦਲੀ ਜਾਊਗਾ, ਪਰ ਜਿਹੜਾ ਇਹਨਾਂ ਨੂੰ ਡਿਵਾਈਡ ਕਰਕੇ ਰਕਮ ਆਣੀ ਹੈ that will always be same, ਬਸ਼ਰਤੇ provided constant volume ਹੋਏ ਤੇ mass of gas fixed ਹੋਏ। ओके, ਤੇ ਹੁਣ ਆਪਾਂ ਇਸੇ ਚੀਜ਼ ਨੂੰ ਬੇਟਾ P1 by P2 is equal to T1 by T2 ਲਿਖ ਸਕਦੇ ਹਾਂ। ਤੇ ਜੇ ਆਪਾਂ ਇਸੇ ਚੀਜ਼ ਨੂੰ ਗ੍ਰਾਫਿਕਲੀ ਸਮਝਣਾ ਹੈ, ਟੈਂਪਰੇਚਰ ਔਰ ਪ੍ਰੈਸ਼ਰ ਦੇ ਵਿਚਕਾਰ ਗ੍ਰਾਫ ਜੇ ਆਪਾਂ ਪਲਾਟ ਕਰਦੇ ਹਾਂ, ਕੀਪਿੰਗ ਵੋਲਿਊਮਸ ਕਾਂਸਟੈਂਟ, ਤਾਂ ਅਸੀਂ ਇਹਨਾਂ ਕਾਂਸਟੈਂਟ ਵੋਲਿਊਮ ਵਾਲੀਆਂ ਲਾਈਨਾਂ ਨੂੰ, ਇਹਨਾਂ ਕਰਵਸ ਨੂੰ ਕੀ ਕਵਾਂਗੇ? ਆਈਸੋਕੋਰਸ। What are isocores? Isocores are the curves showing the pressure temperature behavior at different volumes। ਉਹਨਾਂ ਨੂੰ ਆਪਾਂ ਕਵਾਂਗੇ isocores। Next ਹੈ physical significance of Gay-Lussac law। Gay-Lussac law ਦਾ physical significance ਕੀ ਹੈ? ਬੇਟਾ ਤੁਸੀਂ ਕਦੀ ਇਹ ਚੀਜ਼ ਨੋਟ ਕੀਤੀ ਹੈ ਕਿ ਆਪਾਂ ਸਕੂਟਰ ਦੇ ਟਾਇਰ ਵਿੱਚ ਹਵਾ ਭਰਵਾਈ, ਨਾਰਮਲ ਠੀਕ ਠਾਕ ਹਵਾ ਭਰੀ ਹੋਈ ਹੈ, ਸਰਦੀਆਂ ਦੇ ਵਿੱਚ ਤਾਂ ਸਾਨੂੰ ਐ ਲੱਗਦਾ ਹੈ ਕਿ ਸਵੇਰੇ ਤਾਂ ਹਵਾ ਭਰਾਈ ਸੀ, ਹੁਣ ਇਹ ਘਟ ਵੀ ਗਈ। ਪਰ ਗਰਮੀਆਂ ਦੇ ਵਿੱਚ ਕੀ ਹੁੰਦਾ ਹੈ, ਆਪਾਂ ਨੂੰ ਕਈ ਵਾਰੀ ਜਦੋਂ ਸੜਕ ਤੇ ਉਹ ਚੱਲ ਰਿਹਾ ਹੁੰਦਾ ਨਾ ਆਟੋਮੋਬਾਈਲ, ਤਾਂ ਪ੍ਰੈਸ਼ਰ ਇੰਨਾ ਜ਼ਿਆਦਾ ਫੀਲ ਹੁੰਦਾ ਕਿ ਕਈ ਵਾਰੀ ਟਾਇਰ ਈਵਨ ਬਰਸਟ ਵੀ ਹੋ ਸਕਦਾ ਹੈ। ਕਾਰਨ ਕੀ ਹੈ? ਜਦੋਂ ਟੈਂਪਰੇਚਰ ਵਧਣਾ ਹੈ ਗਰਮੀਆਂ ਦੇ ਵਿੱਚ, ਟੈਂਪਰੇਚਰ ਵਧਣ ਦੇ ਨਾਲ ਟਾਇਰ ਦੇ ਅੰਦਰਲੀ ਹਵਾ ਵੀ ਗਰਮ ਹੋ ਗਈ, ਉਹਦਾ ਟੈਂਪਰੇਚਰ ਵੀ ਵਧ ਗਿਆ, ਐਜ਼ ਅ ਰਿਜ਼ਲਟ ਪ੍ਰੈਸ਼ਰ ਵੀ ਵਧ ਗਿਆ, ਤੇ ਜਦੋਂ ਪ੍ਰੈਸ਼ਰ ਵਧੇਗਾ ਤਾਂ ਟਾਇਰ ਮੇ ਬਰਸਟ। ਸਰਦੀਆਂ ਦੇ ਵਿੱਚ ਕੀ ਹੁੰਦਾ? ਜਦੋਂ ਟੈਂਪਰੇਚਰ ਘਟਿਆ, ਐਜ਼ ਅ ਰਿਜ਼ਲਟ ਪ੍ਰੈਸ਼ਰ ਵੀ ਘਟ ਗਿਆ ਤੇ ਸਾਨੂੰ ਲੱਗਦਾ ਵੀ ਹਵਾ ਇਹਦੀ ਸ਼ਾਇਦ ਨਿਕਲ ਗਈ। ਸੋ ਇਹ ਜਿਹੜਾ ਪ੍ਰੈਸ਼ਰ ਔਰ ਟੈਂਪਰੇਚਰ ਦਾ ਰਿਲੇਸ਼ਨਸ਼ਿਪ ਹੈ, ਦਿਸ ਰਿਲੇਸ਼ਨਸ਼ਿਪ ਇਜ਼ ਪਪੂਲਰਲੀ ਨੋਨ ਐਜ਼ ਗੇ-ਲੁਸੈਕਸ ਲਾਅ। ਨੈਕਸਟ ਜਿਹੜਾ ਆਪਾਂ ਲਾਅ ਕਰਨਾ ਹੈ, ਚੌਥਾ ਲਾਅ ਹੈ, ਇਹ ਹੈ ਐਵੋਗੈਡਰੋ ਲਾਅ। ਐਵੋਗੈਡਰੋ ਲਾਅ ਬੇਸਿਕਲੀ ਬੇਟੇ ਆਪਾਂ ਫਰਸਟ ਚੈਪਟਰ ਚ ਵੀ ਪੜ ਚੁੱਕੇ ਹਾਂ, ਇੱਕ ਵਾਰੀ ਦੁਬਾਰਾ ਫੇਰ ਕਰਦੇ ਹਾਂ। ਫਰਸਟ ਚੈਪਟਰ ਚ ਆਪਾਂ ਕੀਤਾ ਸੀ ਐਵੋਗੈਡਰੋ ਲਾਜ਼ ਦੇ ਅਕੋਰਡਿੰਗਲੀ ਇਕੁਅਲ ਵੋਲਿਊਮ ਆਫ ਆਲ ਗੈਸਸ। ਮੰਨ ਲਓ ਮੈਂ ਆਕਸੀਜਨ, ਨਾਈਟ੍ਰੋਜਨ, ਹਾਈਡਰੋਜਨ ਤਿੰਨਾਂ ਗੈਸਾਂ ਦੇ 5-5 ml ਲੈ ਲਈ ਅੰਡਰ ਦ ਸੇਮ ਕੰਡੀਸ਼ਨ ਆਫ ਟੈਂਪਰੇਚਰ ਐਂਡ ਪ੍ਰੈਸ਼ਰ। ਮੈਂ ਉਹਨਾਂ 5-5 ml ਦਾ ਸਾਰਿਆਂ ਦਾ ਪ੍ਰੈਸ਼ਰ ਤੇ ਟੈਂਪਰੇਚਰ ਇੱਕੋ ਜਿੰਨਾ ਦਿੱਤਾ ਉਹਨਾਂ ਨੂੰ, ਤਾਂ ਉਹਨਾਂ 5-5 ml ਦੇ ਵਿੱਚ ਬਰਾਬਰ ਨੰਬਰ ਆਫ ਮੋਲੀਕਿਊਲਸ ਹੋਣਗੇ। ਠੀਕ ਹੈ, ਹੁਣ ਬੇਟੇ ਆਪਾਂ ਗੈਸ ਦੇ 4 ਪੈਰਾਮੀਟਰ P, V, N, T ਇਹੀ ਕੀਤੇ ਹੈ ਨਾ, ਤਾਂ ਹੁਣ ਰਿਲੇਸ਼ਨਸ਼ਿਪ ਹੈ ਵੋਲਿਊਮ ਔਰ ਨੰਬਰ ਆਫ ਮੋਲਸ ਦੇ ਵਿੱਚ। ਕੀਪਿੰਗ ਪ੍ਰੈਸ਼ਰ, ਵੋਲਿਊਮ and temperature constant। fine, याद रखना है equal volumes will have equal number of moles। अच्छा, सानू पता है कि number of particle एक मोल च किन्ने हुंदे हैं 6.02 into 10 raised to 23। जे moles दी गिनती बराबर है ਤਾਂ ਇਹਦਾ ਮਤਲਬ ਉਹਨਾਂ ਚ ਮੋਲੀਕਿਊਲਸ ਦੀ ਗਿਣਤੀ ਵੀ ਬਰਾਬਰ ਹੋਏਗੀ। ਇੱਥੇ ਵਰਡ ਬੇਟੇ ਜੋ ਇਸਤੇਮਾਲ ਕੀਤਾ ਜਾਂਦਾ ਹੈ that is STP। STP ਦਾ ਮਤਲਬ ਹੁੰਦਾ ਹੈ स्टैंडर्ड टेंपरेचर प्रेशर। स्टैंडर्ड टेंपरेचर ਅਸੀਂ ਕਹਿੰਦੇ ਆ 0 ਡਿਗਰੀ ਨੂੰ ਔਰ ਸਟੈਂਡਰਡ ਪ੍ਰੈਸ਼ਰ ਲੈਣੇ ਆ 1 ਐਟਮੋਸਫੀਅਰ ਨੂੰ। ਤਾਂ STP ਦੇ ਉੱਤੇ ਕਿਸੇ ਵੀ ਗੈਸ ਦੇ 1 ਮੋਲ ਦਾ ਵੋਲਿਊਮ, ਜਿਹਨੂੰ ਅਸੀਂ ਮੋਲਰ ਵੋਲਿਊਮ ਕਹਿੰਦੇ ਆ,
वो हमेशा 22.4 लीटर होएगा। कई बारी साइंटिस्ट जिहड़े है वो कोई एक्सपेरिमेंट SATP ते कंडक्ट करते हैं। SATP का मतलब स्टैंडर्ड एम्बीएंट टेंपरेचर एंड प्रेशर। इत्थे असी स्टैंडर्ड एम्बीएंट टेंपरेचर का मतलब है कि जिहड़ा साडा रूम टेंपरेचर, स्टैंडर्ड टेंपरेचर मतलब आम तौर पर असी कंसीडर करते हैं कि 25 डिग्री सेंटीग्रेड रूम टेंपरेचर है, और जिहड़ा प्रेशर लिता जाता है वो 1 बार लिता जाता है। ਜਦੋਂ SATP ਦੀ ਗੱਲ ਕੀਤੀ ਜਾਂਦੀ ਹੈ, SATP ਤੇ 1 ਮੋਲ ਦਾ ਵੋਲਿਊਮ, ਮੋਲਰ ਵੋਲਿਊਮ ਵਿਲ ਬੀ ਇਕੁਅਲ ਟੂ 24.789 ਲੀਟਰਸ ਪਰ ਮੋਲ। ਸੋ ਆਈ ਹੋਪ ਸਟੂਡੈਂਟਸ ਕਿ ਅੱਜ ਤੁਹਾਨੂੰ ਗੈਸ ਲॉज यानी कि ਬੋਇਲਸ ਲॉ, ਚਾਰਲਸ ਲॉ, ਗੇ-ਲੁਸੈਕਸ ਲॉ, ਐਵੋਗੈਡਰੋਜ਼ ਲॉ ਇਹ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਨੋਟਸ ਤੁਸੀਂ ਡਿਸਕ੍ਰਿਪਸ਼ਨ ਬਾਕਸ ਚੋਂ ਲੈ ਸਕਦੇ ਹੋ। ਥੈਂਕਸ ਫॉर ਵਾਚਿੰਗ।